गया देश का पहला ग्रीन बजट सी जिसनूं कि टैब राहीं पढ़ के पेश किया गया। दस दिए कि इस बजट दे विच किसानां लई काफ़ी कुछ रखा गया। इस बजट दे विच किसानां नूं गफ्फे दिते गए ने। बीजेपी का 10वां बजट है, बीजेपी की अगवाई दे विच 10वां बजट पेश किया गया ते निर्मला सीतारमण साडे वित्त मंत्री ने जिन्हां दे वल्लों ये बजट पेश किया गया ते किसानां दे लई काफ़ी कुछ खास काफ़ी कुछ नवां ऐलान किया गया, काफ़ी कुछ किसानां नूं दिता गया। दस दी कि किसानां दे लई सब तो पहला MSP दे राहीं 2.37 लाख करोड़ रुपए दिते गए ने। MSP तहत किसानां दे लई प्रोग्राम्स शुरू किए जाएंगे। डिजिटल नेटवर्किंग जो है किसानां नूं दिती जाएगी। हाईटैक प्रोग्रामिंग जो है किसानां नूं मुहैया करवाई जाएगी। इस दे नाल ही कीटनाशक जो ने उन्हां दी जो वरतों है ड्रोन दे राहीं कीटनाशक जो है वरतों की जाएगी। ते इस दे नाल ही दस दिए कि वित्त मंत्री दे वल्लों भी ऐलान किया गया कि किसानां दे लई PPP मॉडल योजना भी लियांदी जाएगी। इस दे नाल ही दस दिए कि ऑर्गेनिक खेती नूं जो है वाधा दिता जाएगा। रसायन तो बिना वाली खेती जो है उस च वाधा किया जाएगा ते किसानां नूं होर भी वड्डे किसानां दे लई ऐलान किए गए ने। काफ़ी कुछ किसानां दे लई रखा गया। इस बारे गलबात करन दे लई मेरे नाल मेरे सहयोगी हरमन जुड़ चुके ने। उन्हां दे कोलों जाणदे आ कि जो हुण किसानां दे लई वित्त मंत्री दे वल्लों ऐलान किए गए ने नवें बजट दे विच जो किसानां दे लई नवां आया उस ते उन्हां दी की राय है जी। खुशबू देखो, सब तो पहला तो जड़ा हुण अज कह लो कि इस तरह है कि इन्होंने इलैक्शन की तैयारी भी करनी सी केंद्र सरकार वालों। तो साडा जिहड़ा देश है ना वो खेती आधारित सूबा है। किसानां दे कह लो कि किसान ही साडे देश की बैकबोन है। तो ਉਹਨੂੰ ਦੇਖਦੇ ਆ ਇਹ ਬਣਦਾ ਹੀ ਸੀਗਾ ਕਿ ਆਪਣਾ ਜਿਹੜਾ ਕਿਸਾਨਾਂ ਦਾ ਬਜਟ ਹੈ ਇਹ ਕਿਸਾਨਾਂ ਦੇ ਮੇਨ ਕੇਂਦਰਿਤ ਰਹੇਗਾ। ਤੇ ਜਿਵੇਂ ਹੁਣ ਕਿਸਾਨਾਂ ਨੂੰ ਦੱਸਿਆ ਕਿ ਉਹਨਾਂ ਨੇ ਡਿਜੀਟਲ ਕਰਨਾ ਹੈ, ਡਿਜੀਟਲ ਦਾ ਬਹੁਤ ਪ੍ਰੋਤਸਾਹਨ ਕੀਤਾ ਜਾਏਗਾ। ਕਿਸਾਨਾਂ ਨੂੰ ਡਿਜੀਟਲ ਕਰਨ ਲਈ ਮਤਲਬ ਉਹਨਾਂ ਨੂੰ ਡਿਜੀਟਲ ਤਕਨੀਕ ਵਰਤਣ ਲਈ ਕਿਹਾ ਗਿਆ ਹੈ। ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜੇ ਕਿਸਾਨ ਬਹੁਤੇ ਪੜ੍ਹੇ ਲਿਖੇ ਨਹੀਂ ਹੈ ਡਿਜੀਟਲ ਨੈਟਵਰਕਿੰਗ ਉਹਨਾਂ ਦੇ ਲਈ ਵਧੇਰੇ ਚੰਗੀ ਨਹੀਂ ਹੋਵੇਗੀ? ਨਹੀਂ, ਦੇਖੋ ਖੁਸ਼ਬੂ, ਇਸ ਤਰ੍ਹਾਂ ਹੈ ਗੱਲ ਕਿ ਇਸ ਜਿਹੜਾ ਅੱਜ ਦੀ ਟੈਕਨੋਲੋਜੀ ਹੈ, ਅੱਜ ਦੇ ਕਿਹੜੇ ਜਿਹੜੇ ਹੁਣ ਨਵੀਂ ਜਨਰੇਸ਼ਨ ਆ ਰਹੀ ਹੈ ਸਾਡੀ ਜਾਂ ਹੁਣ ਦੇ ਅੱਜ ਦੇ ਨੌਜਵਾਨ ਨੇ ਉਹ ਪੜ੍ਹੇ ਲਿਖੇ ਨੇ, ਉਹ ਇਸ ਚੀਜ਼ ਲਈ ਕਹ ਲਓ ਕਿ ਇੱਕ ਸਿੱਖਣਾ ਚਾਹੁੰਦੇ ਨੇ। ਉਹਨਾਂ ਨੂੰ ਵੀ ਚਾਹੀਦਾ ਹੈ। ਕਿਸਾਨਾਂ ਦੀ ਵੀ ਇਹ ਜ਼ਰੂਰਤ ਬਣ ਗਈ ਆ, ਨਵੀਂ ਟੈਕਨੋਲੋਜੀ ਹੈ। ਤੇ ਇਸ ਤੋਂ ਇਲਾਵਾ ਦੇਖੋ ਤੁਸੀਂ ਡਰੋਨ ਦਾ ਉਹਨਾਂ ਨੇ ਸ਼ੁਰੂ ਕੀਤਾ, ਡਰੋਨ ਟੈਕਨੋਲੋਜੀ ਕਿ ਉਹ ਜਿਹੜੇ ਅੱਜ ਕੱਲ੍ਹ ਆਪਾਂ ਕੀਟਨਾਸ਼ਕ ਜਿਹੜੇ ਸਪਰੇਅ ਕਰਨੀ ਆ ਉਹ ਡਰੋਨ ਰਾਹੀਂ ਹੋਏਗੀ। ਤੇ ਇਹ ਇੱਕ ਬਹੁਤ ਹੀ ਅੱਛਾ ਕਹ ਲਓ ਕਿ ਕਦਮ ਹੈ ਇਹ ਕੇਂਦਰ ਸਰਕਾਰ ਦਾ ਕਿ ਕਿਸਾਨਾਂ ਦੇ ਲਈ ਇੱਕ ਡਰੋਨ ਸਿਸਟਮ ਤੇ ਦੂਜਾ ਉਹਨਾਂ ਨੂੰ ਡਿਜੀਟਲ ਰਾਹੀਂ ਤਿਆਰ ਕਰਨਾ। ਹਰਮਨ ਕਿਤੇ ਨਾ ਕਿਤੇ ਆਪਾਂ ਦੇਖ ਸਕਦੇ ਹਾਂ ਕਿ ਕਿਸਾਨਾਂ ਦੇ ਵੱਲੋਂ ਜੋ ਅੰਦੋਲਨ ਕੀਤਾ ਗਿਆ ਸੀ ਉਸ ਦੇ ਵਿੱਚ ਵੀ ਇਹ ਚੀਜ਼ ਸੀ ਕਿ ਸਰਕਾਰ ਨੇ ਤਾਂ ਕਹਿ ਦਿੱਤਾ ਕਿ ਡਿਜੀਟਲ ਜਿਹੜਾ ਨੈਟਵਰਕਿੰਗ ਦਿੱਤੀ ਜਾਵੇਗੀ, ਸਿੱਧਾ ਜਿਹੜਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਭੁਗਤਾਨ ਹੋਵੇਗਾ। MSP ਦਾ ਸਿੱਧਾ ਭੁਗਤਾਨ, ਫਸਲਾਂ ਦਾ ਸਿੱਧਾ ਭੁਗਤਾਨ ਜੋ ਹੈ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੋਵੇਗਾ। ਪਰ ਇਸ ਤੇ ਤੁਹਾਨੂੰ ਇਹ ਨਹੀਂ ਲੱਗਦਾ ਕਿ ਪਹਿਲਾਂ ਵੀ ਇਹੀ ਗੱਲਾਂ ਸੀ? ਦੇਖੋ, ਗੱਲ ਉਹੀ ਆਉਂਦੀ ਹੈ ਕਿ ਜਦੋਂ ਇਹ ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਡਿਜੀਟਲ ਕਰਨ ਦਾ, ਤਕਨੀਕ ਦਾ ਕਰਨ ਦਾ, ਡਿਜੀਟਲ ਵਰਤਣ ਦਾ ਇਹੀ ਹੈ ਕਿ ਆੜਤੀ ਵਿੱਚੋਂ ਖਤਮ ਕੀਤਾ ਜਾਵੇ। ਇਹੀ ਕਿਸਾਨਾਂ ਦੇ ਵੱਲੋਂ ਇਹੀ ਤਾਂ ਮੰਗ ਸੀ ਕਿ ਜੋ ਆੜਤ ਹੈਗੀ ਆ ਉਹਨੂੰ ਖਤਮ ਨਾ ਕੀਤਾ ਜਾਵੇ। ਕਿਉਂਕਿ ਜੇ ਕਿਸੇ ਘਰ ਦੇ ਵਿੱਚ 4 ਲੋਕ ਪੜ੍ਹੇ ਲਿਖੇ ਨੇ ਤਾਂ ਵਿੱਚੋਂ ਉਹ 4 ਜਿਹੜੇ ਨੇ ਜ਼ਰੂਰੀ ਨਹੀਂ ਹੈ ਕਿ ਉਹ ਚਾਰੋਂ ਦੇ ਚਾਰੋਂ ਹੀ ਖੇਤੀ ਕਰਨਗੇ। ਉਹ 4 ਨੌਕਰੀ ਪੇਸ਼ੇ ਵਾਲੇ ਹੋ ਸਕਦੇ ਨੇ, ਵੱਖ-ਵੱਖ ਆਪਣੀ ਫੀਲਡਸ ਦੇ ਵਿੱਚ ਨੌਕਰੀ ਕਰ ਸਕਦੇ ਨੇ। ਤੇ ਜਿਹੜੇ ਲੋਕ ਜਿਹੜੇ ਕਿਸਾਨ ਜਾਂ ਛੋਟੇ ਤਬਕੇ ਦੇ ਕਿਸਾਨ ਨੇ, ਪੜ੍ਹੇ ਲਿਖੇ ਨਹੀਂ ਹੈ, ਉਹ ਡਿਜੀਟਲ ਨੈਟਵਰਕਿੰਗ ਦਾ ਯੂਜ਼ ਕਿਵੇਂ ਕਰਨਗੇ? ਜੀ, ਪਹਿਲਾਂ ਮੈਂ ਉਹੀ ਤੁਹਾਨੂੰ ਬਾਰ-ਬਾਰ ਉਹੀ ਗੱਲ ਤੇ ਕਹ ਲਓ ਆਪਾਂ ਡਿਸਕਸ ਕਰ ਰਹੇ ਹਾਂ ਜਾਂ ਚਰਚਾ ਆਪਣੇ ਅੱਜ ਦਾ। ਤੁਸੀਂ ਇਹ ਦੇਖੋ ਨਾ ਕਿ ਅੱਜ ਦੀ ਮੰਗ ਹੈ, ਇਹ ਸਮੇਂ ਦੀ ਮੰਗ ਹੈ। ਜਿਵੇਂ ਜਿਵੇਂ ਆਪਣੇ ਨਵੀਂ ਟੈਕਨੋਲੋਜੀ ਆ ਰਹੀਆਂ, ਦੇਖੋ ਤੁਸੀਂ ਜੇ ਪਾਕਿਸਤਾਨ ਆਪਣੇ ਤੇ ਹਮਲਾ ਕਰਦਾ ਉਹ ਵੀ ਡਰੋਨ ਰਾਹੀਂ ਕਰਦਾ। ਤੇ ਇਹ ਜੇ ਅਸੀਂ ਅੱਜ ਆਪਣੇ ਕਿਸਾਨਾਂ ਨੂੰ ਇੱਕ ਤਰ੍ਹਾਂ ਨਾਲ ਪਿੱਛੇ ਧਕੇਲਣ ਵਾਲਾ ਕੰਮ ਹੋਏਗਾ ਕਿ ਅਗਰ ਅਸੀਂ ਇਹ ਨਵੀਂ ਡਿਜੀਟਲ ਜਾਂ ਇਹਨਾਂ ਦੇ ਡਰੋਨ ਸਿਸਟਮ ਨੂੰ ਅਸੀਂ ਨਹੀਂ ਅਪਣਾਉਂਦੇ ਤੇ ਸਾਡੀ ਜਿਹੜੀ ਟੈਕਨੋਲੋਜੀ ਹੈ, ਹੁਣ ਪਾਣੀ ਦਾ ਪੱਧਰ ਵੀ ਨੀਚੇ ਜਾ ਰਿਹਾ। ਤੁਸੀਂ ਇਹ ਦੇਖੋ ਜੇ ਡਰੋਨ ਸਿਸਟਮ ਹੈ ਜਿਹੜਾ, ਉਹਦੇ ਨਾਲ ਜੇ ਪਾਣੀ ਦਾ ਵੀ ਕਹਿ ਲਓ ਵੀ ਉਹ ਸਿੰਚਾਈ ਵੀ ਕਰ ਸਕਦੇ ਨੇ। ਫੁੱਲਾਂ ਦੀ ਜਿਹੜੀ ਖੇਤੀ ਹੈ ਉਹ ਉਹਨਾਂ ਨੂੰ ਫੁੱਲਾਂ ਨੂੰ ਸਿਰਫ ਜ਼ਰੂਰਤ ਹੁੰਦੀ ਹੈ ਤੇ ਉਹ ਤੇ ਸਪਰੇਅ ਜੋ ਕੀਤਾ ਜਾਂਦਾ ਉਹ ਡਰੋਨ ਸਿਸਟਮ ਰਾਹੀਂ ਕੀਤਾ ਜਾਂਦਾ। ਤੇ ਜਿਸ ਦਾ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਜੇ ਇਹ ਇੱਕ ਮੈਂ ਤਾਂ ਸੋਚਾਂਗਾ ਕਿ ਮੇਰਾ ਕਹਿਣਾ ਹੈ ਕਿ ਇਹ ਇੱਕ ਅੱਛਾ ਕਦਮ ਹੈ ਕੇਂਦਰ ਸਰਕਾਰ ਦਾ। ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਹੈ। ਇਹ ਸਗੋਂ ਅਪਣਾਉਣਾ ਚਾਹੀਦਾ। ਸਾਡੇ ਜਿਹੜੇ ਕਿਸਾਨ ਭਰਾ ਨੇ ਜਾਂ ਉਹਨਾਂ ਦੇ ਕਹਿ ਲਓ ਕਿ ਆਉਣ ਵਾਲੀ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਡਿਜੀਟਲ ਹੋਣਾ ਹੀ ਪਵੇਗਾ। ਇਹ ਸਮੇਂ ਦੀ ਮੰਗ ਹੈ।
ਜੀ। ਤੇ ਪੀਪੀਪੀ ਯੋਜਨਾ ਦੀ ਸ਼ੁਰੂਆਤ ਕਹਿੰਦੇ ਕਿਸਾਨਾਂ ਦੇ ਲਈ ਕੀਤੀ ਜਾਵੇਗੀ, ਪੀਪੀਪੀ ਮਾਡਲ ਲਿਆਂਦਾ ਜਾਵੇਗਾ। ਹਾਂ, ਪੀਪੀਪੀ ਇਹ ਮਾਡਲ ਦੇਖੋ ਇੱਕ ਪ੍ਰਾਈਵੇਟ ਔਰ ਪਬਲਿਕ ਔਰ ਕਹਿ ਲਓ ਕਿ ਉਹਨਾਂ ਨੂੰ ਜੋੜਨਾ, ਇੱਕ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਪ੍ਰਾਈਵੇਟ ਉਦਮੀਆਂ ਨੂੰ, ਕਾਰੋਬਾਰੀਆਂ ਨੂੰ ਔਰ ਕਿਸਾਨਾਂ ਨੂੰ ਆਪਸ 'ਚ ਕਿਵੇਂ ਕੰਟੈਕਟ ਕਰਨਾ, ਉਹਨਾਂ ਨੇ ਕਿਵੇਂ ਆਪਣਾ ਪ੍ਰੋਡਕਟ ਕਿਸਾਨਾਂ ਨੇ ਉਹਨਾਂ ਤੱਕ ਪਹੁੰਚਾਉਣਾ ਤੇ ਕਿਵੇਂ ਅੱਗੇ ਜਿਹੜੇ ਪ੍ਰਾਈਵੇਟ ਖਰੀਦਦਾਰ ਨੇ ਕਿਸਾਨਾਂ ਦੀ ਫਸਲ ਜਿਨ੍ਹਾਂ ਨੇ ਖਰੀਦਣੀ ਹੈ, ਕਿਸਾਨਾਂ ਦੇ ਕਹਿ ਲਓ ਉਪਜ ਜੋ ਪ੍ਰਾਈਵੇਟ ਕਾਰੋਬਾਰੀਆਂ ਨੇ ਖਰੀਦਣੀ ਹੈ, ਉਹਨਾਂ ਨੂੰ ਆਪਸ 'ਚ ਤਾਲਮੇਲ ਬਣਾਉਣ ਦਾ ਇਹ ਅੱਛਾ ਕਹਿ ਲਓ ਇੱਕ ਤਰ੍ਹਾਂ ਨਾਲ ਜ਼ਰੂਰਤ ਹੈ ਇਹ ਵੀ। ਤੇ ਬਿਨਾਂ ਰਸਾਇਣ ਦੀ ਖੇਤੀ ਨੂੰ ਵਾਧਾ ਦੇਣ ਦੀ ਗੱਲ। ਹਾਂ ਬਿਲਕੁਲ, ਤੁਸੀਂ ਇਹ ਕਹ ਲਓ ਕਿ ਜੈਵਿਕ ਖਾਦ ਇਹ ਅੱਜ ਦੀ ਨਹੀਂ ਹੈ। ਜਦੋਂ ਅਸੀਂ ਪੁਰਾਣੇ ਸਮਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਡੇ ਪੁਰਾਣੇ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਉਹ ਖੇਤੀ ਸਾਡੀ, ਇਹਨਾਂ ਨੇ ਕਹਿ ਰਹੇ ਕਿ ਕੈਮੀਕਲ ਪਾ ਪਾ ਕੇ ਅਸੀਂ ਆਪਣੀ ਧਰਤੀ ਦੀ ਉਪਜ ਸ਼ਕਤੀ ਖਤਮ ਕਰਤੀ ਹੈ, ਅਸੀਂ ਆਪਣੀ ਧਰਤੀ ਨੂੰ ਬੰਜਰ ਬਣਾਈ ਜਾ ਰਹੇ ਹਾਂ, ਜਦਕਿ ਕੈਮੀਕਲ ਤੋਂ ਬਿਨਾਂ ਵੀ ਖੇਤੀ ਸੰਭਵ ਹੈ ਸਾਡੇ ਦੇਸ਼ ਦੇ ਵਿੱਚ। ਤੇ ਜੇ ਜੈਵਿਕ ਖਾਦ ਤਾਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਨਾ ਤਾਂ ਉਹਦਾ ਕੋਈ ਸਾਈਡ ਇਫੈਕਟ ਹੈ, ਨਾ ਹੀ ਧਰਤੀ ਨੂੰ ਕਹਿ ਲਓ ਕੋਈ ਨੁਕਸਾਨ ਹੈ, ਤੇ ਨਾ ਹੀ ਬੰਦੇ ਨੂੰ ਉਹਦਾ ਕਹਿ ਲਓ ਕਿ ਅੱਜ ਦੀ ਜਨਰੇਸ਼ਨ ਨੂੰ ਜਿਹੜੇ ਅਸੀਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਕੈਮੀਕਲ ਸਾਰੇ ਸਾਡੇ ਖਾਣ ਪੀਣ ਦੇ ਵਿੱਚ ਕੈਮੀਕਲ ਆਉਂਦਾ ਜਾ ਰਿਹਾ, ਸਪਰੇਆਂ ਨੂੰ ਘਟਾਉਣ ਲਈ ਇਹ ਅੱਛਾ ਕੇਂਦਰ ਸਰਕਾਰ ਦਾ ਕਦਮ ਹੈ। ਤੇ ਇੱਕ ਹੋਰ ਉਹਨਾਂ ਦੇ ਵੱਲੋਂ ਕਦਮ ਚੁੱਕਿਆ ਗਿਆ ਹੈ ਜੋ ਵਿੱਤ ਮੰਤਰੀ ਦੇ ਵੱਲੋਂ ਅੱਜ ਐਲਾਨ ਕੀਤਾ ਗਿਆ ਕਿਸਾਨਾਂ ਦੇ ਲਈ ਕਿ ਜਿਹੜੇ ਛੋਟੇ ਕਿਸਾਨ ਨੇ, ਛੋਟੇ ਤਬਕੇ ਦੇ ਕਿਸਾਨ ਨੇ, ਉਹਨਾਂ ਨੂੰ ਰੇਲਵੇ ਸਿਸਟਮ 'ਚ ਸੁਧਾਰ ਕੀਤਾ ਜਾਵੇਗਾ ਤਾਂ ਕਿ ਉਹ ਜਿਹੜਾ ਆਪਣੀ ਪਹੁੰਚ ਸ਼ਹਿਰਾਂ ਤੱਕ ਵੀ ਕਰ ਸਕਣ। ਜੀ ਬਿਲਕੁਲ, ਜੇ ਹੁਣ ਤੁਸੀਂ ਦੇਖੋ ਵੀ ਕਈ ਸਾਡੇ ਪ੍ਰੋਡਕਟ ਕਿਸਾਨਾਂ ਦੇ ਅਜਿਹੇ ਹੁੰਦੇ ਨੇ, ਫਲ ਫਰੂਟ ਜਾਂ ਕਹਿ ਲਓ ਅਜਿਹੀਆਂ ਕਈ ਖਾਦ ਵਸਤੂਆਂ ਹੁੰਦੀਆਂ ਨੇ ਜਿਹੜੀਆਂ ਕਿ ਇੱਕ ਦਿਨ ਰਹਿ ਸਕਦੀਆਂ ਨੇ। ਜਦ ਤੱਕ ਸਾਡਾ ਰੇਲਵੇ ਲਾਈਨ ਜਾਂ ਸਾਡੀ ਨੈਟਵਰਕਿੰਗ ਅੱਛੀ ਨਹੀਂ ਹੋਏਗੀ, ਆਉਣ ਜਾਣ ਦੇ ਸਾਧਨ ਵਧੀਆ ਨਹੀਂ ਹੋਣਗੇ, ਤਦ ਤੱਕ ਇਹ ਕਹਿ ਲਓ ਕਿ ਸਾਡੀ ਉਹਦੀ ਉਪਜ ਖਰਾਬ ਹੋ ਸਕਦੀ ਹੈ ਕਿਸਾਨਾਂ ਦੀ। ਤਾਂ ਇਹ ਰੇਲਵੇ ਦੀ ਜਿਹੜੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਰੇਲਵੇ ਸਾਡੇ ਚੇਨ ਸਿਸਟਮ ਸਾਨੂੰ ਵਧੀਆ ਬਣਾਉਣਾ ਹੀ ਪਏਗਾ। ਜੀ ਤੇ ਜਿਹੜੀ ਗੱਲ ਹੈ ਕਿ ਫਸਲਾਂ ਦਾ ਸਿੱਧਾ ਭੁਗਤਾਨ ਖਾਤਿਆਂ ਦੇ ਵਿੱਚ ਹੋਵੇਗਾ। ਜੀ ਉਹੀ ਡਿਜੀਟਲ, ਅੱਜ ਦਾ ਡਿਜੀਟਲ ਹੈ, ਹਰ ਕੋਈ ਹੁਣ ਤੁਸੀਂ ਦੇਖੋ ਪੇਟੀਐਮ ਯੂਜ਼ ਕਰਦੇ ਹਾਂ ਅਸੀਂ, ਤੇ ਆਪਣਾ ਜਿਹੜਾ ਜਿੰਨੀ ਵੀ ਪੇਮੈਂਟ ਹੁੰਦੀ ਹੈ ਅੱਜ ਕੱਲ ਕਹਿ ਲਓ ਕਿ ਜਿਹੜਾ ਕਰੰਸੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ। ਜ਼ਿਆਦਾਤਰ ਲੋਕ ਜਿਹੜਾ ਭੁਗਤਾਨ ਕਰਦੇ ਨੇ ਉਹ ਨੈਟ ਬੈਂਕਿੰਗ ਜਾਂ ਕਹਿ ਲਓ ਮਾਡਰਨ ਜਿਹੜੀ ਟੈਕਨੋਲੋਜੀ ਹੈ ਉਹਦੇ ਰਾਹੀਂ ਪੇਮੈਂਟ ਅਦਾਇਗੀ ਕੀਤੀ ਜਾਂਦੀ ਹੈ। ਇਹਦਾ ਫਾਇਦਾ ਕਿਸਾਨਾਂ ਨੂੰ ਵੀ ਹੈ ਔਰ ਕਾਰੋਬਾਰੀਆਂ ਨੂੰ ਵੀ ਹੈ। ਪਰ ਤੁਹਾਨੂੰ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਵੇਂ ਕਿਸਾਨਾਂ ਦੇ ਤੇ ਬੀਜੇਪੀ ਦੇ ਵਿਚਕਾਰ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਇੰਨਾ ਲੰਬਾ ਅੰਦੋਲਨ ਹੋਇਆ, ਤੇ ਹੁਣ ਫਿਰ ਜੋ ਕਿਸਾਨਾਂ ਦੇ ਲਈ ਬਜਟ ਪੇਸ਼ ਕੀਤਾ ਗਿਆ, ਬਜਟ ਦੇ ਵਿੱਚ ਰੱਖਿਆ ਗਿਆ ਤੇ ਇਲੈਕਸ਼ਨਾਂ ਦਾ ਸਮਾਂ ਇਦਾਂ ਨਹੀਂ ਕੁਝ ਲੱਗਦਾ ਕਿ ਕਿਸਾਨ ਜੋ ਨੇ ਇਸ ਦੇ ਖਿਲਾਫ ਹੋ ਸਕਦੇ ਨੇ, ਬੀਜੇਪੀ ਨੂੰ ਨੁਕਸਾਨ ਹੋ ਸਕਦਾ? ਨਹੀਂ, ਉਹ ਤੇ ਸੰਭਵ ਹੈ ਹੀ ਹੈ। ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਕਿ ਨੁਕਸਾਨ ਵੀ ਹੋ ਸਕਦਾ ਔਰ ਇਹਦਾ ਹੋ ਸਕਦਾ ਕਿ ਉਹਨਾਂ ਨੂੰ ਫਾਇਦਾ ਵੀ ਪਹੁੰਚੇ ਕੇਂਦਰ ਸਰਕਾਰ ਨੂੰ, ਕਿਉਂਕਿ ਜਿਹੜਾ ਤੁਹਾਨੂੰ ਦੱਸਿਆ ਕਿ ਮਾਡਰਨ ਅੱਜ ਦਾ ਟਾਈਮ ਹੈ, ਐਡਵਾਂਸ ਯੁੱਗ ਚੱਲ ਰਿਹਾ ਸਾਡਾ, ਅਸੀਂ 21ਵੀਂ ਸਦੀ 'ਚ ਜਾ ਚੁੱਕੇ ਹਾਂ। ਜੇ ਉਹ ਨਵੀਆਂ ਤਕਨੀਕਾਂ ਕਿਸਾਨਾਂ ਨੂੰ ਸਿਖਾਉਣਾ ਚਾਹੁੰਦੇ ਨੇ, ਉਹ ਅੱਜ ਦੇ ਸਮੇਂ ਦੀ ਮਜਬੂਰੀ ਔਰ ਜ਼ਰੂਰੀ ਵੀ ਹੈ। ਤੇ ਉਹੀ ਗੱਲ ਹੈ ਜਿਵੇਂ ਇੱਕ ਸਿੱਕੇ ਦੇ ਕਹਿ ਲਓ ਆਪਾਂ ਕਹਿ ਰਹੇ ਹਾਂ ਵੀ ਮੈਂ ਕਹਿ ਰਿਹਾ ਕਿ ਇਹ ਦੋ ਪਹਿਲੂ ਨੇ, ਇਹਦਾ ਨੁਕਸਾਨ ਵੀ ਹੋ ਸਕਦਾ ਤੇ ਹੋ ਸਕਦਾ ਕਿ ਇਹਦਾ ਫਾਇਦਾ ਵੀ ਕੇਂਦਰ ਸਰਕਾਰ ਨੂੰ ਪਹੁੰਚੇ। ਜੀ ਤੇ ਇਸ ਦੇ ਵਿੱਚ ਇਹ ਵੀ ਗੱਲ ਕੀਤੀ ਗਈ ਹੈ ਵਿੱਤ ਮੰਤਰੀ ਦੇ ਵੱਲੋਂ ਕਿ ਜੇਕਰ ਅਜਿਹੀਆਂ ਚੀਜ਼ਾਂ ਜੋ ਉਹਨਾਂ ਦੇ ਵੱਲੋਂ ਕਿਸਾਨਾਂ ਦੇ ਲਈ ਲਿਆਂਦੀਆਂ ਗਈਆਂ ਨੇ, ਨਵੇਂ ਐਲਾਨ ਕੀਤੇ ਗਏ ਹੈ, ਇਹਦੇ ਨਾਲ ਜਿਹੜਾ ਵਿਕਾਸ ਦਰ ਆ 9.2% ਜਿਹੜਾ ਵੱਧ ਸਕਦਾ ਆ। ਜੀ ਬਿਲਕੁਲ, ਜਿਹੜੀ ਆਪਣੀ ਵਿਕਾਸ ਦਰ ਹੈ ਜਾਂ ਇਹਨੂੰ ਕਹਿ ਲਓ ਕਿ ਆਪਣੀ ਜਿਹੜੀ ਅੱਜ ਕੱਲ੍ਹ ਜਿਹੜੀ ਆਪਣੀ ਹੁਣ ਦੀ ਵਿਕਾਸ ਦਰ 9.2 ਅੰਦਾਜ਼ਨ ਦਿੱਤੀ ਗਈ ਹੈ। ਇੱਕ ਤਾਂ ਕਰੋਨਾ ਦੀ ਮਾਰ ਵੀ ਪਈ ਆ ਸਾਡੀ ਆਰਥਿਕ ਜਿਹੜੀ ਦੇਸ਼ ਦੀ ਆਰਥਿਕ ਸਥਿਤੀ ਦੇ ਉੱਤੇ, ਕਹਿ ਲਓ ਕਿ ਕਰੋਨਾ ਨੇ ਵੀ ਬਹੁਤ ਜ਼ਿਆਦਾ ਮਾਰ ਮਾਰੀ ਹੈ, ਤੇ ਉਹਦੇ ਬਾਵਜੂਦ ਜੇ 9.2% ਸਾਡੀ ਆਰਥਿਕ ਵਿਕਾਸ ਦਰ ਰਹਿੰਦੀ ਹੈ ਤਾਂ ਇਹ ਇੱਕ ਸਾਡੇ ਲਈ, ਇੱਕ ਕਿਸਾਨਾਂ ਲਈ ਔਰ ਦੇਸ਼ ਦੇ ਲਈ ਇੱਕ ਪੋਜ਼ਿਟਿਵ ਕਹਿ ਲਓ ਕਿ ਇੱਕ ਪੋਜ਼ਿਟਿਵ ਵੇ ਹੈ, ਤੇ ਇਸ ਦਾ ਕਹਿ ਲਓ ਲਾਭ ਪਹੁੰਚਣਾ ਸੁਭਾਵਿਕ ਹੈ। ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਵੀ ਐਲਾਨ ਹੁਣ ਕੀਤੇ ਗਏ ਨੇ ਕਿਸਾਨਾਂ ਦੇ ਲਈ, ਜੋ ਵੀ ਬਜਟ ਪੇਸ਼ ਕੀਤਾ ਗਿਆ ਉਸ ਦੇ ਵਿੱਚ ਕਿਸਾਨਾਂ ਦੇ ਲਈ, ਕਿਸਾਨੀ ਦੇ ਲਈ, ਖੇਤੀਬਾੜੀ ਦੇ ਲਈ ਕੁਝ ਅਲੱਗ ਰੱਖਿਆ ਗਿਆ। ਨਵੇਂ ਐਲਾਨ ਕੀਤੇ ਗਏ ਨੇ ਘੱਟੋ ਘੱਟ ਸਮਰਥਨ ਮੁੱਲ ਤੇ ਜੋ ਫਸਲ ਹੈ ਉਸਦੀ ਅਦਾਇਗੀ ਕਿਸਾਨਾਂ ਦੇ ਸਿੱਧੀ ਖਾਤੇ ਦੇ ਵਿੱਚ ਹੋਏਗੀ। ਡਿਜੀਟਲ ਨੈਟਵਰਕਿੰਗ ਦਿੱਤੀ ਜਾਏਗੀ, ਰਸਾਇਣ ਫ੍ਰੀ, ਰਸਾਇਣ ਮੁਕਤ ਯਾਨੀ ਕਿ ਆਰਗੈਨਿਕ ਖੇਤੀ ਨੂੰ ਵਾਧਾ ਦਿੱਤਾ ਜਾਵੇਗਾ। ਤਿਲ
ਤਿਲਹਣ ਤੇਲਾਂ ਦੀ ਖੇਤੀ ਤੇ ਤਿਲਾਂ ਦੀ ਖੇਤੀ ਤੇ ਜੋ ਹੈ ਉਸ ਦੇ ਵਿੱਚ ਵਾਧਾ ਕੀਤਾ ਜਾਵੇਗਾ। ਔਰ ਇੱਕ ਹੋਰ ਗੱਲ ਕਹੀ ਗਈ ਹੈ ਕਿ ਗੰਗਾ ਕਿਨਾਰੇ ਮਤਲਬ ਜਿਹੜੇ 5 ਕਿਲੋਮੀਟਰ ਦਾ ਏਰੀਆ ਗੰਗਾ ਕਿਨਾਰੇ ਉੱਥੇ ਜੈਵਿਕ ਖੇਤੀ ਨੂੰ ਵਾਧਾ ਹਾਂਜੀ ਹਾਂ ਬਿਲਕੁਲ। ਹੁਣ ਯੂਪੀ 'ਚ ਮੈਂ ਉਹੀ ਕਹਿ ਰਿਹਾ ਸੀਗਾ, ਜਿਵੇਂ ਵਿਧਾਨ ਸਭਾ ਚੋਣਾਂ ਵੀ 2 ਯੂਪੀ ਦੀਆਂ ਨੇੜੇ ਨੇ, ਤੇ ਉਹਨੂੰ ਦੇਖਦੇ ਗੰਗਾ ਨੂੰ ਪ੍ਰਮੋਟ ਕੀਤਾ ਗਿਆ। ਇੱਕ ਤਰ੍ਹਾਂ ਨਾਲ ਗੰਗਾ ਇਹਨਾਂ ਨੂੰ ਕਹਿ ਲਓ ਕਿ ਪਹਿਲਾਂ ਵੀ ਜਦੋਂ ਇਲੈਕਸ਼ਨ ਦੇ ਟਾਈਮ ਗੰਗਾ ਦਾ ਅਹਿਮ ਭੂਮਿਕਾ ਰਹਿੰਦੀ ਹੈ, ਤੇ ਉਹਦੇ ਨੇੜੇ ਤੇੜੇ ਜਿਹੜੀ ਜੈਵਿਕ ਖੇਤੀ ਸ਼ੁਰੂ ਕਰਨਾ ਉਹ ਵੀ ਇੱਕ ਕਹਿ ਲਓ ਕਿ ਕਿਸਾਨਾਂ ਲਈ ਵੀ ਲਾਹੇਵੰਦ ਹੈ ਔਰ ਭਾਜਪਾ ਲਈ ਵੀ ਰਾਜਨੀਤਿਕ ਤੌਰ ਤੇ ਲਾਹੇਵੰਦ ਹੈ। ਤੇ ਜਿਸ ਕਰਕੇ ਗੰਗਾ ਦਾ ਮੁੱਦਾ ਦੁਬਾਰਾ ਉਭਾਰਿਆ ਗਿਆ। ਇੱਕ ਤਾਂ ਕਹਿ ਲਓ ਕਿ ਗੰਗਾ ਸਾਡੀ ਪਵਿੱਤਰ ਨਦੀ ਕਹੀ ਜਾਂਦੀ ਹੈ ਦੇਸ਼ ਦੀ, ਉਹਨੂੰ ਇੱਕ ਜੈਵਿਕ ਬਣਾਉਣਾ, ਜੈਵਿਕ ਖੇਤੀ ਉੱਥੇ ਇਸਤੇਮਾਲ ਕਰਨਾ, ਇਹ ਇੱਕ ਕੇਂਦਰ ਸਰਕਾਰ ਦਾ ਪੋਜ਼ਿਟਿਵ ਕਹਿ ਲਓ ਕਦਮ ਹੈ ਜੀ। ਪਰ ਜੋ ਵੀ ਜਿਸ ਚੀਜ਼ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਦੇ ਵਿੱਚ ਤੇ ਭਾਜਪਾ ਦੇ ਵਿੱਚ ਲਗਾਤਾਰ ਟਕਰਾ ਰਿਹਾ, ਇੰਨੇ ਮਹੀਨਿਆਂ ਦਾ 1 ਸਾਲ ਤੋਂ ਵੱਧ ਸਮੇਂ ਦਾ ਜੋ ਅੰਦੋਲਨ ਰਿਹਾ, ਕਿਤੇ ਨਾ ਕਿਤੇ ਲੱਗਦਾ ਕਿ ਹੁਣ ਜੋ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਦੇ ਵੱਲੋਂ ਬੀਜੇਪੀ ਦੀ ਅਗਵਾਈ ਦੇ ਵਿੱਚ ਦੁਬਾਰਾ ਤੋਂ ਉਹੀ ਤਸਵੀਰ ਸਾਹਮਣੇ ਆ ਸਕਦੀ ਹੈ। ਕਿਉਂਕਿ ਐਮਐਸਪੀ ਨੂੰ ਲੈ ਕੇ ਵੀ ਉਹੀ ਗੱਲ ਸੀ, ਡਿਜੀਟਲ ਨੈਟਵਰਕਿੰਗ ਤੇ ਵੀ ਉਹੀ ਗੱਲ ਸੀ, ਤੇ ਹੁਣ ਲੱਗਦਾ ਕਿ ਜੋ ਬਜਟ ਪੇਸ਼ ਕੀਤਾ ਗਿਆ ਉਸ ਤੇ ਫਿਰ ਤੋਂ ਦੁਬਾਰਾ ਬੀਜੇਪੀ ਨੂੰ ਨੁਕਸਾਨ ਵੀ ਹੋ ਸਕਦਾ ਹੈ। ਕਿਉਂਕਿ ਚੋਣਾਂ ਸਿਰ ਤੇ ਨੇ, 5 ਸੂਬਿਆਂ ਦੇ ਵਿੱਚ, ਦੇਸ਼ ਦੇ 5 ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ, ਤੇ ਉਸ ਦੇ ਵਿੱਚ ਬੀਜੇਪੀ ਦੇ ਵੱਲੋਂ ਜੋ ਬਜਟ ਪੇਸ਼ ਕੀਤਾ ਜਾਂਦਾ ਹੈ ਕਿਸਾਨਾਂ ਦੇ ਲਈ, ਖੇਤੀਬਾੜੀ ਦੇ ਲਈ ਕੀ ਕੁਝ ਐਲਾਨ ਕੀਤਾ ਜਾਂਦਾ ਹੈ, ਕੀ ਕੁਝ ਮੁੱਖ ਰੱਖਿਆ ਜਾਂਦਾ ਹੈ, ਕਈ ਚੀਜ਼ਾਂ ਹੱਕ 'ਚ ਆਉਂਦੀਆਂ ਨੇ, ਕਈ ਚੀਜ਼ਾਂ ਜਿਸ ਤੇ ਪਹਿਲਾਂ ਵੀ ਟਕਰਾ ਰਿਹਾ ਉਹੋ ਜਿਹੀ ਹੀ ਤਸਵੀਰ ਸਾਹਮਣੇ ਆਉਂਦੀ ਹੈ। ਹੁਣ ਲੱਗਦਾ ਹੈ ਕਿ ਜੋ ਬੀਜੇਪੀ ਹੈ ਉਸ ਨੂੰ ਨੁਕਸਾਨ ਦਾ ਸਾਹਮਣਾ ਸ਼ਾਇਦ ਕਰਨਾ ਪੈ ਸਕਦਾ ਹੈ, ਕਿਉਂਕਿ ਜੇਕਰ ਕਿਸਾਨਾਂ ਦੇ ਵੱਲੋਂ ਮੁੜ ਤੋਂ ਇਸ ਗੱਲ ਤੇ ਸਹਿਮਤੀ ਨਹੀਂ ਬਣਦੀ, ਮੁੜ ਤੋਂ ਇਸ ਗੱਲ ਤੇ ਉਹਨਾਂ ਦੇ ਵੱਲੋਂ ਸਵਾਲ ਚੁੱਕਿਆ ਜਾਂਦਾ, ਤਾਂ ਲੱਗਦਾ ਹੈ ਕਿ ਬੀਜੇਪੀ ਦੀ ਜੋ ਮੁਸ਼ਕਲ ਹੈ ਵੱਧ ਸਕਦੀ ਹੈ। ਫਿਲਹਾਲ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਈਏ ਕਿ ਜੋ ਦੇਸ਼ ਦਾ ਹੁਣ ਬਜਟ ਪੇਸ਼ ਕੀਤਾ ਗਿਆ, ਦੇਸ਼ ਦਾ ਆਮ ਬਜਟ ਅੱਜ ਪੇਸ਼ ਹੋਇਆ ਹੈ, ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਇਹ ਬਜਟ ਪੇਸ਼ ਕੀਤਾ ਗਿਆ, ਜਿਸ ਦੇ ਵਿੱਚ ਕਿਸਾਨਾਂ ਦੇ ਲਈ ਕਈ ਕੁਝ ਐਲਾਨ ਕੀਤੇ ਗਏ ਨੇ, ਕਿਸਾਨਾਂ ਨੂੰ ਗੱਫੇ ਦਿੱਤੇ ਗਏ ਨੇ। ਸਰਕਾਰ ਦੇ ਵੱਲੋਂ ਕਿਸਾਨਾਂ ਦੇ ਲਈ ਕਿਹਾ ਗਿਆ ਕਿ ਕੀਟਨਾਸ਼ਕ ਲਈ ਡਰੋਨ ਦੀ ਵਰਤੋਂ ਕੀਤੀ ਜਾਵੇਗੀ, ਘੱਟੋ ਘੱਟ ਸਮਰਥਨ ਮੁੱਲ ਤੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜੋ ਹੈ ਪੈਸੇ ਪਹੁੰਚਣਗੇ। 2.37 ਲੱਖ ਕਰੋੜ ਐਮਐਸਪੀ ਦਾ ਜੋ ਰੱਖਿਆ ਗਿਆ ਕਿਸਾਨਾਂ ਨੂੰ ਦਿੱਤਾ ਜਾਵੇਗਾ, ਤੇ ਪੀਪੀਪੀ ਯੋਜਨਾ ਸ਼ੁਰੂ ਕੀਤੀ ਜਾਵੇਗੀ, ਡਿਜੀਟਲ ਨੈਟਵਰਕਿੰਗ ਲਿਆਂਦੀ ਜਾਵੇਗੀ, ਉਸ ਦੇ ਲਈ ਹਾਈਟੈਕ ਪ੍ਰੋਗਰਾਮਿੰਗ ਜੋ ਹੈ ਉਹ ਵੀ ਦਿੱਤੀ ਜਾਵੇਗੀ ਕਿਸਾਨਾਂ ਨੂੰ, ਆਰਗੈਨਿਕ ਖੇਤੀ ਦੇ ਵਿੱਚ ਵਾਧਾ ਕੀਤਾ ਜਾਵੇਗਾ, ਰਸਾਇਣ ਮੁਕਤ ਖੇਤੀ ਜੋ ਹੈ ਉਸ ਨੂੰ ਪ੍ਰਮੋਟ ਕੀਤਾ ਜਾਵੇਗਾ, ਉਸ ਦੇ ਵਿੱਚ ਵਾਧਾ ਕੀਤਾ ਜਾਵੇਗਾ। 9.2% ਦੀ ਵਿਕਾਸ ਦਰ ਦਾ ਜੋ ਅੰਦਾਜ਼ਾ ਲਗਾਇਆ ਗਿਆ, ਜੇਕਰ ਅਜਿਹਾ ਹੁੰਦਾ ਹੈ, ਵਿੱਤ ਮੰਤਰੀ ਦੇ ਵੱਲੋਂ ਇਹ ਸਭ ਐਲਾਨ ਕੀਤਾ ਗਿਆ, ਤੇ ਉਹਨਾਂ ਦਾ ਕਹਿਣਾ ਹੈ ਕਿ ਐਮਐਸਪੀ ਤੇ ਰਿਕਾਰਡ ਖਰੀਦਦਾਰੀ ਹੋਵੇਗੀ, ਫਸਲਾਂ ਦਾ ਭੁਗਤਾਨ ਸਿੱਧਾ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹੋਵੇਗਾ। ਜਿਹੜੇ ਛੋਟੇ ਕਿਸਾਨ ਨੇ ਉਹਨਾਂ ਦੇ ਲਈ ਰੇਲਵੇ ਜਿਹੜੀ ਸੁਵਿਧਾ ਉਸ ਨੂੰ ਮਜ਼ਬੂਤ ਕੀਤਾ ਜਾਵੇਗਾ। ਗੰਗਾ ਕਿਨਾਰੇ 5 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਜੋ ਜ਼ਮੀਨ ਆਉਂਦੀ ਹੈ ਉੱਥੇ ਜੈਵਿਕ ਖੇਤੀ ਕੀਤੀ ਜਾਵੇਗੀ, ਫਲਾਂ ਤੇ ਫਸਲਾਂ ਦੀਆਂ ਸੁਧਰੀਆਂ ਹੋਈਆਂ ਜਿਹੜੀਆਂ ਕਿਸਮਾਂ ਨੇ ਉਹ ਮੁਹੱਈਆ ਕਰਵਾਈਆਂ ਜਾਣਗੀਆਂ, ਕਿਸਾਨਾਂ ਨੂੰ ਪੂਰੀ ਤਰ੍ਹਾਂ ਮਦਦ ਦਿੱਤੀ ਜਾਵੇਗੀ। ਇਹ ਜੋ ਐਲਾਨ ਨੇ ਇਹ ਬੀਜੇਪੀ ਦੀ ਅਗਵਾਈ ਦੇ ਵਿੱਚ ਜੋ ਬਜਟ ਪੇਸ਼ ਕੀਤਾ ਗਿਆ ਵਿੱਤ ਮੰਤਰੀ ਦੇ ਵੱਲੋਂ, ਉਸ ਦੇ ਵਿੱਚ ਕੀਤਾ ਗਿਆ ਕਿਸਾਨਾਂ ਦੇ ਲਈ ਇਹ ਵੱਡੇ ਐਲਾਨ ਜੋ ਨੇ ਕੀਤੇ ਗਏ ਨੇ।